Hello students, today we will perform an experiment to study the plant population density by quadrant method. So beta plant population density nu study karan de alag alag methods ho sakde hai, but in this experiment we will study plant population density by quadrant method. A particular type of method hai. First of all I will explain you कि what is this quadrant method. Then we will perform this experiment in the laboratory condition, and after that we are going to perform the same experiment in the actual field conditions. So इस experiment ਦੇ ਲਈ ਬੇਟਾ what are the table of contents, ਤੁਸੀਂ ਆਪਣੀ ਕਾਪੀ ਦੇ ਜੋ ਨੋਟਬੁੱਕ ਦੇ ਵਿੱਚ ਲਿਖਣਾ ਪ੍ਰੈਕਟੀਕਲ ਨੋਟਬੁੱਕ ਦੇ ਵਿੱਚ what is the aim of this experiment, what are the materials required for this experiment, what is the procedure ਆਪਾਂ actual ਦੇ ਵਿੱਚ experiment perform ਕਰਾਂਗੇ, and then what are the observations and conclusion from this experiment. So first of all what the experiment is, experiment ਕੀ ਹੈ, this is to study the plant population density by quadrant method. So density ਕੀ ਹੈ, ਤੁਸੀਂ physics chemistry ਦੇ ਵਿੱਚ ਬੇਟਾ ਜਦੋਂ ਸਟੱਡੀ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ density is equal to mass per unit volume. ਇੱਕ given volume ਦੇ ਵਿੱਚ ਕਿੰਨਾ ਮਾਸ ਹੈਗਾ ਸਬਸਟੈਂਸ ਦਾ, that is density. ਬਟ ਕਿਉਂਕਿ ਅਸੀਂ ਇੱਥੇ plant population ਦੀ ਗੱਲ ਕਰ ਰਹੇ ਹਾਂ, ਸੋ plant population ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਇੱਥੇ plants ਦਾ ਮਾਸ ਨਹੀਂ ਬਟ number of plants ਜ਼ਰੂਰ ਲਵਾਂਗੇ. ਸੋ ਇੱਥੇ ਡੈਂਸਿਟੀ ਕੀ ਹੋਏਗੀ, ਡੈਂਸਿਟੀ ਹੋਏਗੀ ਨੰਬਰ ਆਫ ਪਲਾਂਟਸ ਕਿਸੇ ਵੀ ਸਪੀਸੀਜ਼ ਦੇ. ਸਪੋਜ਼ ਵੀ ਵਾਂਟ ਟੂ ਕੈਲਕੂਲੇਟ ਦਾ ਡੈਂਸਿਟੀ ਆਫ ਸਪੀਸੀਜ਼ A, ਤਾਂ ਆ ਜਾਏਗਾ ਨੰਬਰ ਆਫ ਪਲਾਂਟਸ ਆਫ ਸਪੀਸੀਜ਼ A. ਸਪੀਸੀਜ਼ A ਦੇ ਕਿੰਨੇ ਪਲਾਂਟ ਹੈ ਓਵਰ ਗਿਵਨ ਵੋਲਿਊਮ, ਜਿਹੜਾ ਗਿਵਨ ਵੋਲਿਊਮ ਹੈ ਉਸ ਵੋਲਿਊਮ ਦੇ ਵਿੱਚ ਕਿੰਨੇ ਨੰਬਰ ਆਫ ਪਲਾਂਟਸ ਹੈਗੇ ਆ, that is called density of that plant. ਲਾਈਕ ਮੇਰੇ ਕੋਲੇ ਬੇਟਾ ਇੱਥੇ ਇੱਕ ਡਾਇਗਰਾਮ ਹੈ, ਇਸ ਡਾਇਗਰਾਮ ਨੂੰ ਤੁਸੀਂ ਦੇਖੋ. ਯੈਸ, in this diagram suppose ਸਾਡੇ ਕੋਲ ਇਹ ਹੈ case A, this is case B and this is case C. ਇਹਦੇ ਵਿੱਚ ਬੇਟਾ ਜਿਹੜੇ ਇਹ ਹੈਗੇ ਆ ਇਹ ਪਲਾਂਟ ਹੈ, ਕੋਈ ਵੀ ਪਲਾਂਟ ਸਪੀਸੀਜ਼ ਹੈ. ਹੁਣ ਕੇਸ A ਦੇ ਵਿੱਚ ਦੇਖੋ ਜਿਹੜੇ ਪਲਾਂਟਸ ਨੇ these are very closely placed, ਇੱਕ ਦੂਜੇ ਦੇ ਬੜੀ ਨੇੜੇ ਨੇੜੇ ਲਗਾਏ ਹੋਏ ਆ. ਆਪਾਂ ਫੀਲਡ ਦੇ ਵਿੱਚ ਪਲਾਂਟਸ ਬੜੇ ਨੇੜੇ ਨੇੜੇ ਲਗਾਏ ਹੋਏ ਆ, ਇੱਥੇ ਬੜੇ ਲੂਜ਼ਲੀ ਲਗਾਏ ਆ, ਇੱਥੇ ਬੜੇ ਦੂਰ ਦੂਰ ਪਲਾਂਟਸ ਲੱਗੇ ਆ. ਸੋ ਦਿਸ ਇਜ਼ ਵੈਰੀ ਕਲੀਅਰ ਕਿਉਂਕਿ ਡੈਂਸਿਟੀ ਹੈ ਨੰਬਰ ਆਫ ਪਲਾਂਟਸ ਪਰ ਯੂਨਿਟ ਵੋਲਿਊਮ, ਬਿਕੋਜ਼ ਇਹਨਾਂ ਤਿੰਨੋਂ ਕੰਡੀਸ਼ਨਸ ਦੇ ਵਿੱਚ ਅਸੀਂ ਵੋਲਿਊਮ ਕਾਂਸਟੈਂਟ ਲਿਆ ਹੈ. ਦੈਟਸ ਵਾਈ ਜਿੱਥੇ ਨੰਬਰ ਆਫ ਪਲਾਂਟਸ ਜ਼ਿਆਦਾ ਹੋਣਗੇ ਉੱਥੇ ਡੈਂਸਿਟੀ ਵੀ ਜ਼ਿਆਦਾ ਹੋਏਗੀ. ਸੋ ਹੇਅਰ ਇਨ ਦਿਸ ਕੇਸ ਪਹਿਲੇ ਕੇਸ ਦੇ ਵਿੱਚ ਨੰਬਰ ਆਫ ਪਲਾਂਟਸ ਜ਼ਿਆਦਾ ਹੈ, ਦੈਟਸ ਵਾਈ ਇਸ ਦੀ ਡੈਂਸਿਟੀ ਮੈਕਸਿਮਮ ਹੈ ਤੇ C ਦੀ ਡੈਂਸਿਟੀ ਜਿਹੜੀ ਹੈਗੀ ਹੈ ਉਹ ਮਿਨੀਮਮ ਹੈਗੀ ਹੈ. ਹੁਣ ਬੇਟਾ ਅਸੀਂ ਦੇਖਣਾ ਕਿ ਜਿਹੜੀ ਇਹ ਡੈਂਸਿਟੀ ਇੱਥੇ ਇੱਕ ਡਾਇਗਰਾਮੈਟਿਕਲੀ ਹੈ. ਹੁਣ ਐਕਚੁਅਲ ਐਕਸਪੈਰੀਮੈਂਟ ਦੇ ਵਿੱਚ ਆਪਾਂ ਦੇਖਣਾ ਡੈਂਸਿਟੀ ਕੈਲਕੂਲੇਟ ਕਿਸ ਤਰ੍ਹਾਂ ਕਰਨੀ ਹੈ. For that what are the materials required for this experiment? ਸਾਨੂੰ ਬੇਟਾ ਚਾਹੀਦੀਆਂ ਹੈਗੀਆਂ ਕੁਝ ਨੇਲਸ, ਥ੍ਰੈਡ ਚਾਹੀਦਾ ਹੈ, ਹੈਮਰ ਚਾਹੀਦਾ ਹੈ. ਇਹਨਾਂ ਨੇਲਸ ਦੇ ਨਾਲ, ਥ੍ਰੈਡ ਦੇ ਨਾਲ ਜਾਂ ਹੈਮਰ ਦੇ ਨਾਲ ਅਸੀਂ ਕਰਨਾ ਕੀ ਹੈ, ਸਾਡੇ ਕੋਲੇ ਜੋ ਵੀ ਫੀਲਡ ਹੈ, ਜੋ ਗਰਾਊਂਡ ਹੈ, ਲਾਈਕ ਆਪਣੇ ਕੋਲੇ ਇੱਥੇ ਆਹ ਬਹੁਤ ਵੱਡਾ ਏਰੀਆ ਹੈਗਾ, ਇਸ ਗਰਾਊਂਡ ਦੇ ਵਿੱਚ ਅਸੀਂ ਆਪਣੀਆਂ ਨੇਲਸ ਲਗਾ ਕੇ ਨਾਲ ਥ੍ਰੈਡ ਲਗਾ ਦਾਂਗੇ. ਥ੍ਰੈਡ ਦੇ ਨਾਲ ਅਸੀਂ ਬੇਟਾ ਇਸ ਨੂੰ ਅਲੱਗ-ਅਲੱਗ ਕੁਆਡਰੈਂਟਸ ਦੇ ਵਿੱਚ ਜਾਂ ਸਕੁਅਰਸ ਦੇ ਵਿੱਚ ਡਿਵਾਈਡ ਕਰ ਲਾਂਗੇ. ਬਟ ਇਸ ਤੋਂ ਬੈਟਰ ਇਹ ਹੈ ਕਿ ਤੁਸੀਂ ਇੱਕ ਰੈਡੀਮੇਡ ਕੁਆਡਰੇਟ ਤਿਆਰ ਕਰੋ. ਰੈਡੀਮੇਡ ਕੁਆਡਰੇਟ ਕਿਸ ਤਰੀਕੇ ਨਾਲ ਮਾਰਕੀਟ ਚੋਂ ਨਹੀਂ ਮਿਲਦਾ, ਕੋਈ ਖੁਦ ਹੀ ਬਣਾਉਣਾ ਹੈ. ਲਾਈਕ ਇਹ ਮੇਰੇ ਕੋਲ ਕੁਆਡਰੇਟ ਹੈ, ਇਸ ਕੁਆਡਰੇਟ ਦੇ ਵਿੱਚ ਕੀ ਹੈ, ਇੱਕ ਵੁਡਨ ਸਕੁਅਰ ਲਿਆ ਹੋਇਆ, ਇਸ ਵੁਡਨ ਜੋ ਸਟਿਕਸ ਦਾ ਬਣਾਇਆ ਹੋਇਆ ਤੇ ਮੈਂ ਨੇਲਸ ਲਗਾ ਕੇ ਨਾਲ ਥ੍ਰੈਡ ਨੂੰ ਲਗਾਤਾ, ਜਿਹਦੇ ਨਾਲ ਕੀ ਆਈ ਹੈਵ ਡਿਵਾਈਡਡ ਦਿਸ ਇਨਟੂ 9 ਸਕੁਅਰਸ. ਇਸ ਦੇ ਨੰਬਰ ਆਫ ਸਕੁਅਰ ਜ਼ਿਆਦਾ ਵੀ ਹੋ ਸਕਦੇ ਕਿਉਂਕਿ ਨੇਲਸ ਮੈਂ ਬੜੀਆਂ ਨੇੜੇ ਨੇੜੇ ਲਗਾਈਆਂ ਹੋਈਆਂ. ਜੇ ਇੱਥੇ ਮੈਂ ਇੱਕ ਹੋਰ ਥ੍ਰੈਡ ਲਗਾਉਂਦਾ ਤਾਂ ਇੱਥੇ ਜਿਹੜੇ ਨੰਬਰ ਆਫ ਸਕੁਅਰਸ ਹੈਗੇ ਆ ਉਹ 16 ਵੀ ਹੋ ਸਕਦੇ ਸੀ, 25 ਤੱਕ ਵੀ ਲਿਆ ਸਕਦਾ ਸੀ. ਬਟ ਇੱਥੇ ਮੈਂ ਇਸ ਨੂੰ ਐਕਸਪੈਰੀਮੈਂਟ ਨੂੰ ਥੋੜਾ ਜਿਹਾ ਈਜ਼ੀ ਕਰਨ ਦੇ ਲਈ ਜਲਦੀ ਅਸੀਂ ਸਟੱਡੀ ਕਰ ਲਈਏ, ਇਸ ਨੂੰ 9 ਕੁਆਡਰੈਂਟਸ ਦੇ ਵਿੱਚ ਡਿਵਾਈਡ ਕੀਤਾ ਹੈ. ਸੋ ਦਿਸ ਇਜ਼ ਦਾ ਕੁਆਡਰੈਂਟ ਜਿਹੜਾ ਤੁਹਾਨੂੰ ਜ਼ਰੂਰਤ ਹੋਏਗੀ ਟੂ ਪਰਫਾਰਮ ਦਿਸ ਐਕਸਪੈਰੀਮੈਂਟ. ਐਂਡ ਆਫਟਰ ਦੈਟ ਅਸੀਂ ਇਸ ਐਕਸਪੈਰੀਮੈਂਟ ਨੂੰ ਪਰਫਾਰਮ ਕਿਵੇਂ ਕਰਨਾ ਹੈ. ਇਸ ਐਕਸਪੈਰੀਮੈਂਟ ਨੂੰ ਪਰਫਾਰਮ ਕਰਨ ਦੇ ਲਈ ਸਭ ਤੋਂ ਪਹਿਲਾਂ ਮੈਂ ਇਹਨਾਂ ਲੈਬ ਕੰਡੀਸ਼ਨਸ ਦੇ ਵਿੱਚ ਐਕਸਪੈਰੀਮੈਂਟ ਨੂੰ ਤੁਹਾਨੂੰ ਪਰਫਾਰਮ ਕਰਕੇ ਦਿਖਾਉਣਾ ਹੈ. ਆਫਟਰ ਦੈਟ ਅਸੀਂ ਫੀਲਡ ਦੇ ਵਿੱਚ ਪਰਫਾਰਮ ਕਰਾਂਗੇ. ਸੋ ਲੈਟਸ ਪਰਫਾਰਮ ਦ ਐਕਸਪੈਰੀਮੈਂਟ ਇਨ ਲੈਬੋਰੇਟਰੀ ਕੰਡੀਸ਼ਨਸ. ਸੋ ਬੇਟਾ ਆਪਾਂ ਫੀਲਡ ਦੇ ਵਿੱਚ ਮੂਵ ਕਰਨ ਤੋਂ ਪਹਿਲਾਂ ਇੱਕ ਵਾਰ ਇੱਥੇ ਲੈਬ ਦੀਆਂ ਕੰਡੀਸ਼ਨਸ ਦੇ ਵਿੱਚ ਪਲਾਂਟ ਡੈਂਸਿਟੀ ਕੈਲਕੂਲੇਟ ਕਰਦੇ ਹਾਂ. ਫॉर दैट ਆਪਣੇ ਕੋਲ ਇੱਕ ਕੁਆਡਰੇਟ ਹੈ, ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕੀਤਾ ਕਿ ਅਸੀਂ ਇਸ ਨੂੰ 9 ਸਕੁਅਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ. ਇਹ ਆਪਣੇ ਕੋਲ ਫੀਲਡ ਹੈ, ਇੱਥੇ ਕੋਈ ਵੀ ਪਲਾਂਟ ਸਪੀਸੀਜ਼ ਨਹੀਂ ਹੈ. ਬਟ ਬਿਫੋਰ ਦੈਟ ਆਪਾਂ ਇਹ ਮੰਨਦੇ ਹਾਂ ਕਿ ਸਾਡੇ ਕੋਲ ਜਿਵੇਂ ਇਹ 3 ਸੈਂਪਲਸ ਹੈਗੇ ਹੈ, ਇਹਨਾਂ ਨੂੰ ਅਸੀਂ 3 ਪਲਾਂਟ ਸਪੀਸੀਜ਼ ਮੰਨ ਲੈਂਦੇ ਹਾਂ. ਸਪੋਜ਼ ਦਿਸ ਇਜ਼ ਪਲਾਂਟ ਸਪੀਸੀਜ਼ A, ਪਲਾਂਟ ਸਪੀਸੀਜ਼ B
ਐਂਡ ਪਲਾਂਟ ਸਪੀਸੀਜ਼ ਸੀ। ਤੇ ਇਹਨਾਂ ਦੇ ਇਹ ਪਲਾਂਟਸ ਹੈਗੇ ਜਿਹੜੇ ਫੀਲਡ ਦੇ ਵਿੱਚ ਹੈਗੇ ਆ। ਪਲਾਂਟ ਸਪੀਸੀਜ਼ ਏ ਦੇ ਹੈਗੇ ਆ, ਸਿਮਿਲਰਲੀ ਆਪਣੇ ਕੋਲੇ ਪਲਾਂਟ ਸਪੀਸੀਜ਼ ਬੀ ਹੋ ਗਈ, ਦੈਨ ਪਲਾਂਟ ਸਪੀਸੀਜ਼ ਸੀ ਹੋ ਗਈ। ਇਹਨਾਂ ਦੇ ਸਾਰਿਆਂ ਦੇ ਜਿਹੜੇ ਇਹ ਪਲਾਂਟਸ ਲੱਗੇ ਹੋਏ ਆ ਐਕਚੁਅਲ ਦੇ ਵਿੱਚ ਫੀਲਡ ਕੰਡੀਸ਼ਨ ਦੇ ਵਿੱਚ, ਆਪਾਂ ਫੀਲਡ ਦੇ ਵਿੱਚ ਜਾ ਕੇ ਵੀ ਦੇਖਾਂਗੇ। ਹੁਣ ਅਸੀਂ ਫੀਲਡ ਦੇ ਵਿੱਚ ਜਾ ਕੇ ਜਿੱਥੇ ਵੀ ਇਹ ਪਲਾਂਟਸ ਲੱਗੇ ਹੋਏ ਆ, ਅਸੀਂ ਆਪਣਾ ਕੁਆਡਰੇਟ ਇਸ ਦੇ ਉੱਤੇ ਪਲੇਸ ਕਰ ਦੇਣਾ ਹੈ ਲਾਈਕ ਦਿਸ, ਠੀਕ ਹੈ। ਜਦੋਂ ਕੁਆਡਰੇਟ ਪਲੇਸ ਕਰਤਾ, ਨਾਓ ਵੀ ਹੈਵ 9 ਸਕੁਏਅਰ, ਸਕੁਏਅਰ A 1 2 3 4 5 6 7 8 9। ਹੁਣ ਅਸੀਂ ਹਰ ਇੱਕ ਸਕੁਏਅਰ ਦੇ ਵਿੱਚ ਜਾਂ ਹਰ ਇੱਕ ਕਾਰਨਰ ਦੇ ਵਿੱਚ, ਇੱਕ ਬਾਕਸ ਦੇ ਵਿੱਚ ਤਿੰਨੋਂ ਸਪੀਸੀਜ਼ ਦੇ ਨੰਬਰ ਕੈਲਕੂਲੇਟ ਕਰਨੇ ਆ। ਅਸੀਂ ਸਭ ਤੋਂ ਪਹਿਲਾਂ ਬੇਟਾ ਗੱਲ ਕਰਦੇ ਹਾਂ ਸਪੀਸੀਜ਼ A ਤੋਂ। ਜਿਵੇਂ ਆਪਣੇ ਕੋਲ ਇਹ ਹੈ, ਦਿਸ ਇਜ਼ ਸਪੀਸੀਜ਼ A, ਇਸ ਸਪੀਸੀਜ਼ A ਨੂੰ ਅਸੀਂ ਕਾਊਂਟ ਕਰਨਾ ਹੈ। ਸੋ ਲੈਟਸ ਕਾਊਂਟ। ਫਸਟ ਦੇ ਵਿੱਚ ਕਿੰਨੇ ਆ ਗਏ? 1 2 3। ਨਾਲ ਨਾਲ ਅਸੀਂ ਆਪਣੀ ਕਾਪੀ ਦੇ ਉੱਤੇ ਲਿਖ ਲੈਣਾ ਇਹ ਸਪੀਸੀਜ਼ ਦੇ ਫਸਟ ਦੇ ਵਿੱਚ ਸਾਡੇ ਕੋਲੇ ਜੋ ਆ ਰਹੇ ਹੈ 3। ਬੀ ਦੇ ਵਿੱਚ ਦੇਖੋ ਦੋ ਨੰਬਰ ਬਾਕਸ ਦੇ ਵਿੱਚ ਦੇਖੋ ਬੇਟਾ 1 2 3 4 5 and 6, right? Similarly ਤੁਸੀਂ ਸਾਰਿਆਂ ਦੇ ਵਿੱਚ ਕਾਊਂਟ ਕਰੋ। So in this way we have calculated the number of plants of every species in all the squares, in all the quadrants. So species A ਦੇ ਜੋ number of plants ਸਾਡੇ ਕੋਲੇ ਆ ਰਹੇ ਹੈ, ਉਹ number of plants ਇੱਥੇ ਅਸੀਂ ਲਿਖੇ ਹੈ। number of plants ਦੇ ਵਿੱਚ ਜੋ species A ਹੈ, ਇਸ ਦੇ total 63 plants ਅਸੀਂ observe ਕੀਤੇ ਹੈ in 9 quadrants. So if we want to calculate the density, then we can calculate it as total number of individuals, that is 63, divided by किन्ने quadrants ਦੇ ਵਿੱਚ ਇਹ plant ਨੂੰ ਅਸੀਂ study ਕੀਤਾ ਹੈ, in 9. So density is 7. In this way the density of species A is 7. Similarly we can calculate the density of species B and species C. Like in this table, the density of species B is, this is 2.444 for species B and 8.66 for species C, because the number of plants of species A is 63 and that of species B is 22 and that of species C is 78. And from here, by dividing the number of individuals by the total number of quadrants, we can find out the density of that plant species. So here this is the density of all the 3 species. ਇਹ ਬੇਟਾ ਸਾਡੀਆਂ ਇਸ ਐਕਸਪੈਰੀਮੈਂਟ ਦੀਆਂ ਆਬਜ਼ਰਵੇਸ਼ਨਸ ਨੇ, ਐਂਡ ਫਰੋਮ ਹੇਅਰ ਵੀ ਕੈਨ ਕਨਕਲੂਡ ਦੈਟ ਦ ਡੈਂਸਿਟੀ ਇਜ਼ ਮੈਕਸਿਮਮ ਫॉर ਸਪੀਸੀਜ਼ C and is minimum for species B. So the conclusion is the population density is highest for species C and is lowest for species B. ਸੋ ਬੇਟਾ ਇਹ ਇਸ ਐਕਸਪੈਰੀਮੈਂਟ ਦਾ ਕਨਕਲੂਜਨ ਆ ਗਿਆ, ਔਰ ਵੀ ਕੈਨ ਸੇ ਰਿਜ਼ਲਟਸ ਆ ਗਏ। ਹੁਣ ਅਸੀਂ ਇਸ ਐਕਸਪੈਰੀਮੈਂਟ ਨੂੰ ਪਰਫਾਰਮ ਕਰਾਂਗੇ ਇਨ ਐਕਚੁਅਲ ਫੀਲਡ ਕੰਡੀਸ਼ਨਸ। ਜੋ ਐਕਸਪੈਰੀਮੈਂਟ ਅਸੀਂ ਲੈਬ ਕੰਡੀਸ਼ਨਸ ਦੇ ਵਿੱਚ ਕੀਤਾ ਹੈ, ਸੇਮ ਐਕਸਪੈਰੀਮੈਂਟ ਨੂੰ ਅਸੀਂ ਪਰਫਾਰਮ ਕਰਾਂਗੇ ਇਨ ਐਕਚੁਅਲ ਫੀਲਡ ਕੰਡੀਸ਼ਨਸ। ਹੁਣ ਅਸੀਂ ਫੀਲਡ ਦੇ ਵਿੱਚ ਜਾਵਾਂਗੇ, ਉੱਥੇ ਨੰਬਰ ਆਫ ਪਲਾਂਟ ਸਪੀਸੀਜ਼ ਨੂੰ ਸਟੱਡੀ ਕਰਾਂਗੇ, ਉਸੇ ਤਰੀਕੇ ਨਾਲ ਅਸੀਂ ਡੈਂਸਿਟੀ ਨੂੰ ਕੈਲਕੂਲੇਟ ਕਰਾਂਗੇ। ਬੇਟਾ ਹੁਣ ਅਸੀਂ ਫੀਲਡ ਦੇ ਵਿੱਚ ਆ ਗਏ ਹਾਂ। ਜੋ ਐਕਸਪੈਰੀਮੈਂਟ ਅਸੀਂ ਲੈਬ ਦੇ ਵਿੱਚ ਕੀਤਾ, ਸੇਮ ਐਕਸਪੈਰੀਮੈਂਟ ਪਰਫਾਰਮ ਕਰਨਾ ਹੈ, similarly number of plant species perform ਕਰਨੀ ਹੈ, but now we will perform this experiment in the field. So ਸਭ ਤੋਂ ਪਹਿਲਾਂ ਅਸੀਂ quadrate place ਕਰਦੇ ਹਾਂ। quadrate ਨੂੰ ਅਸੀਂ field ਦੇ ਵਿੱਚ ਕਿਸੇ ਵੀ ਤਰੀਕੇ ਨਾਲ randomly ਕਿਤੇ ਵੀ ਅਸੀਂ place ਕਰ ਸਕਦੇ ਹਾਂ। ਆਜੋ ਬੇਟਾ ਨੇੜੇ ਆ। ਜਦੋਂ ਅਸੀਂ quadrate ਨੂੰ place ਕਰਤਾ, ਹੁਣ ਤੁਸੀਂ ਇਹ ਦੇਖੋ ਕਿ ਸਾਡੇ ਕੋਲੇ number of species ਕਿਹੜੀਆਂ ਨੇ। Similarly 9 square ਆ ਗਏ ਸਾਡੇ ਕੋਲੇ। species ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਇੱਕ species ਲੱਗੀ ਹੋਈ ਹੈ, ਦੇਖੋ ਛੋਟੇ ਛੋਟੇ ਨਿੰਮ ਦੇ ਪੌਦੇ ਲੱਗੇ ਹੋਏ ਆ, ਇਹਨੂੰ ਸਪੀਸੀਜ਼ 1 ਮੰਨ ਲਓ, ਲਿਖ ਲਓ ਦਿਸ ਇਜ਼ ਸਪੀਸੀਜ਼ A। ਫਿਰ ਆਪਣੇ ਕੋਲ ਇੱਕ ਹੋਰ ornamental ਪਲਾਂਟ ਜਿਹੜੀ ਹੈ, ਜਿਵੇਂ ਹੁਣ ਪਨੀਰੀ ਲੱਗੀ ਹੋਈ ਆਪਣੇ ਨਵੇਂ ਪੌਦੇ ਆ ਰਹੇ ਹੈ, ਇਸ ਨੂੰ ਲਿਖ ਲਓ ਸਪੀਸੀਜ਼ B, ਦਿਸ ਇਜ਼ ਸਪੀਸੀਜ਼ B। ਦੈਨ ਬੇਟਾ ਸਾਡੇ ਕੋਲੇ ਇੱਕ ਹੋਰ ਪਲਾਂਟ ਸਪੀਸੀਜ਼ ਇੱਥੇ ਹੈਗੀ ਹੈ, ਦਿਸ ਇਜ਼ ਸਪੀਸੀਜ਼ C। 3 ਤਰ੍ਹਾਂ ਦੇ ਪਲਾਂਟ ਆਪਾਂ ਇੱਥੇ ਅਸਿਊਮ ਕਰਕੇ ਮੰਨ ਸਕਦੇ ਹਾਂ, ਚੌਥੀ ਵੀ ਹੈ, ਇੱਕ ਹੋਰ ਹੈ ਆਪਣੇ ਕੋਲੇ ਸਪੀਸੀਜ਼ D ਐਂਡ ਦਿਸ ਇਜ਼ ਸਪੀਸੀਜ਼ E। 5 ਤਰ੍ਹਾਂ ਦੀਆਂ ਪਲਾਂਟ ਸਪੀਸੀਜ਼ ਆਪਾਂ ਇਹਦੇ ਵਿੱਚ ਆਇਡੈਂਟੀਫਾਈ ਕੀਤੀਆਂ। ਸਭ ਤੋਂ ਪਹਿਲਾਂ ਸਪੀਸੀਜ਼ A ਦੀ ਡੈਂਸਿਟੀ ਜਦੋਂ ਕੈਲਕੂਲੇਟ ਕਰਨੀ ਹੈ, ਅਸੀਂ ਪਹਿਲੇ ਸਕੁਏਅਰ ਦੇ ਵਿੱਚ ਦੇਖਦੇ ਹਾਂ। ਪਹਿਲੇ ਸਕੁਏਅਰ ਦੇ ਵਿੱਚ ਦੇਖੋ ਸਪੀਸੀਜ਼ A ਦਾ ਕੋਈ ਵੀ ਪਲਾਂਟ ਨਹੀਂ ਹੈ, ਸੋ ਇਸ ਦਾ ਨੰਬਰ ਲਿਖੋ 0। ਸੈਕੰਡ ਸਕੁਏਅਰ ਦੇ ਵਿੱਚ ਜਿਹੜੀ ਸਪੀਸੀਜ਼ A ਹੈ, ਇਹਦੇ ਹੈ ਸਾਡੇ ਕੋਲ 1 2 3 ਐਂਡ 4, ਇਹਦੇ 4 ਆ ਗਏ।
ਥਰਡ ਜਿਹੜਾ ਆਪਣੇ ਕੋਲੇ ਸਕੁਏਅਰ ਹੈ, ਇਸ ਦੇ ਵਿੱਚ ਸਪੀਸੀਜ਼ A ਦੇ ਹੈਗੇ ਨੇ 2 ਪਲਾਂਟਸ, 2। फोर्थ ਦੇ ਵਿੱਚ ਇਸ ਦਾ ਹੈ ਓਨਲੀ 1 ਪਲਾਂਟ, ਫਿਫਥ ਦੇ ਵਿੱਚ ਹੈ ਓਨਲੀ 1 ਪਲਾਂਟ, ਸਿਕਸਥ ਦੇ ਵਿੱਚ ਹੈ 1 and 2, 7 ਦੇ ਵਿੱਚ ਨੰਬਰ ਆਫ ਪਲਾਂਟਸ ਆਫ ਸਪੀਸੀਜ਼ is 1, 8 ਦੇ ਵਿੱਚ ਨੰਬਰ ਆਫ ਪਲਾਂਟਸ ਆਫ ਸਪੀਸੀਜ਼ is 0, 9 ਦੇ ਵਿੱਚ ਨੰਬਰ ਆਫ ਪਲਾਂਟਸ ਆਫ ਸਪੀਸੀਜ਼ is 1 2 3 and 4। ਹੁਣ ਬੇਟਾ ਤੁਸੀਂ ਟੋਟਲ ਨੰਬਰ ਆਫ ਪਲਾਂਟਸ ਕਾਊਂਟ ਕਰੋ, ਕੈਲਕੂਲੇਟ ਕਰੋ ਕਿੰਨੇ ਹੈ ਟੋਟਲ ਨੰਬਰ ਆਫ ਪਲਾਂਟਸ 15। ਤੇ ਆਪਾਂ ਕਿੰਨੇ ਕੁਆਡਰੈਂਟ ਸਟੱਡੀ ਕੀਤੇ ਹੈ? we have studied 9 quadrants, so we can calculate the density by number of plants 15 divided by number of quadrants 9, 15 divided by 9 so density is greater than 1 lesser than 2, 1 and 2 ਦੇ in between ਇਸ ਨੂੰ fractions ਦੇ ਵਿੱਚ ਕੈਲਕੂਲੇਟ ਕਰ ਲਓ, ਜਿੰਨੀ density ਆ ਗਈ that is the density of plant species A। Similarly we can calculate the density of plant species B, C, D and E। ਹੁਣ ਅਸੀਂ ਐਕਚੁਅਲ ਫੀਲਡ ਕੰਡੀਸ਼ਨਸ ਦੇ ਵਿੱਚ ਜਾ ਕੇ ਐਕਚੁਅਲ ਦੇ ਵਿੱਚ ਨੰਬਰ ਆਫ ਪਲਾਂਟ ਸਪੀਸੀਜ਼ ਨੂੰ ਕੈਲਕੂਲੇਟ ਕੀਤਾ ਹੈ। ਫੀਲਡ ਦੇ ਵਿੱਚ ਸਾਡੇ ਕੁਆਡਰੇਟ ਦੇ ਵਿੱਚ ਸਾਡੇ ਕੋਲੇ 5 ਸਪੀਸੀਜ਼ ਆਈਆਂ ਸੀ, ਸਪੀਸੀਜ਼ A, B, C, D and E। ਜੇ ਤੁਸੀਂ ਸਪੀਸੀਜ਼ ਨੂੰ ਆਇਡੈਂਟੀਫਾਈ ਕਰ ਸਕਦੇ ਤਾਂ ਬਹੁਤ ਅੱਛੀ ਗੱਲ ਹੈ, ਜੇ ਨਹੀਂ ਵੀ ਆਇਡੈਂਟੀਫਾਈ ਕਰ ਸਕਦੇ ਤਾਂ ਇਸ ਐਕਸਪੈਰੀਮੈਂਟ ਦੇ ਪੁਆਇੰਟ ਆਫ View ਤੋਂ ਯੂ ਕੈਨ ਸਿੰਪਲੀ ਰਾਈਟ ਇਟ ਐਜ਼ ਸਪੀਸੀਜ਼ A, B, C, D and E। ਅਸੀਂ ਹਰ ਇੱਕ ਸਪੀਸੀਜ਼ ਦੇ ਨੰਬਰ ਆਫ ਪਲਾਂਟਸ ਜੋ ਕੁਆਡਰੈਂਟਸ ਦੇ ਵਿੱਚ ਆਏ ਆ ਉਹ ਕਾਊਂਟ ਕਰ ਲਏ ਆ। 9 ਕੁਆਡਰੈਂਟਸ ਦੇ ਵਿੱਚ ਅਸੀਂ ਕਿਉਂਕਿ ਸਟੱਡੀ ਕੀਤਾ ਹੈ। ਐਂਡ ਫਾਈਨਲੀ ਦਿਸ ਇਜ਼ the density of each plant species, and from here the density of plant species A is 1.66 and that of species B is 0.66 and species C is 1 and that of species D is 0.11 and density of plant species E is 1.33. So from here we can conclude that the density is maximum for species A and this is minimum for species D, and the results are, yes, this is the conclusion of this experiment. This is maximum for species A and is minimum for species D। So field condition ਦੇ ਵਿੱਚ ਆਇਆ। I hope ਕਿ ਤੁਹਾਨੂੰ ਐਕਸਪੈਰੀਮੈਂਟ ਸਮਝ ਲੱਗਿਆ ਹੋਵੇਗਾ। ਤੁਸੀਂ ਇਸ ਐਕਸਪੈਰੀਮੈਂਟ ਨੂੰ ਪਰਫਾਰਮ ਕਰ ਸਕਦੇ ਹੋ ਆਪਣੇ ਗਰਾਊਂਡ ਦੇ ਵਿੱਚ, ਸਕੂਲ ਦੇ ਫੀਲਡ ਦੇ ਵਿੱਚ, ਐਨੀਵੇਅਰ ਕਿਤੇ ਵੀ ਪਲਾਂਟਸ ਲੱਗੇ ਹੋਏ ਹੈ ਤੁਸੀਂ ਇਸ ਐਕਸਪੈਰੀਮੈਂਟ ਨੂੰ ਪਰਫਾਰਮ ਕਰ ਸਕਦੇ ਹੋ। ਬੜਾ ਸਿੰਪਲ ਹੈ, ਕੋਈ ਖਾਸ ਮਟੀਰੀਅਲ ਦੀ ਰਿਕੁਆਇਰਮੈਂਟ ਨਹੀਂ ਹੈ। ਯੂ ਸਿੰਪਲੀ ਨੀਡ ਅ ਕੁਆਡਰੈਂਟ। ਜੇ ਕੁਆਡਰੈਂਟ ਨਹੀਂ ਹੈ ਤਾਂ ਤੁਸੀਂ ਇਸ ਨੂੰ ਬਣਾ ਸਕਦੇ ਹੋ, ਕੋਈ ਵੀ ਵੁਡਨ ਫਰੇਮ ਲੈ ਕੇ ਥ੍ਰੈਡ ਲਗਾ ਕੇ ਜਿਸ ਤਰੀਕੇ ਨਾਲ ਮੈਂ ਬਣਾਇਆ ਤੁਸੀਂ ਬਣਾ ਸਕਦੇ ਹੋ। ਅਦਰਵਾਈਜ਼ ਤੁਸੀਂ ਫੀਲਡ ਦੇ ਵਿੱਚ ਸਿੰਪਲੀ ਇਹ ਥ੍ਰੈਡਸ ਲਗਾ ਕੇ ਵੀ ਡੈਂਸਿਟੀ ਕੈਲਕੂਲੇਟ ਕਰ ਸਕਦੇ ਹੋ। ਥੈਂਕ ਯੂ ਸੋ ਮਚ।